सतजुग सत त्रेता जगी द्वापर पूजा चार तीनों जुग तीनों दिड़े कल केवल नाम आधार पार कैसी पाए बोरी मोसो को न कह समझाई जाति आवा गवन बिलाई रहा बहुविध धर्म निरूपिया करता दिसै सब लोए कवन कर्म ते छूटिया जी साधा सब सिद्ध होए कर्म अकर्म विचारिय शंका सुन वेद पुराण संसा सद हृदय वसै कौन हिर अभिमान वाहरि उदक पखारिय कट भीतर बभेद विकार शुद्ध कवन पर होए वो सुच कुंचर विद व्यवहार रब प्रगास रजनी जथा गत जानत सब संसार पारस मानो तांबू छुए कान कहूत नहीं वार परम परस गुर भेटिय पूर्व लिखत ललाट उन मन 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 ही मिले छुट कद वचर कपाट भगत जुगत मत सत करी परम बंधन काट विकार सूई वस रस मन मिले गुण निर्गुण एक विचार अनक जतन निग्रह किए टारी ना टारे परम फास प्रेम भगत नहीं उपजै तां तीर अवदास उदास। परम सन्मानयोग ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿੱਘੀ ਗੋਦ ਦੇ ਅੰਦਰ ਉਦਾਸੀ ਡੇਰਾ ਸੰਤਵਾੜਾ ਟਹਿਲਦਾ ਅੱਜ ਲੁਧਿਆਣੇ ਵਿਖੇ ਸਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਣ ਹੀ ਆਦਰਨੀय ਸਤਿਕਾਰਯੋਗ ਸਾਧ ਸੰਗਤ ਜੀ ਜੈ ਗੁਰਦੀਪ ਧੰਨ ਗੁਰਦੀਪ ਜੈ ਸਤਿਗੁਰੂ ਰਵਿਦਾਸ ਜੀ ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਸ਼ਬਦ ਸਾਹਿਬ ਸਤਿਗੁਰੂ ਦਾਸ ਮਹਾਰਾਜ ਮੁਖਾਰਬੰਦ ਤੋਂ ਉਚਾਰਨ ਕੀਤੇ ਗਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 346 ਰਾਗ ਗੌੜੀ ਅੰਦਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਾਧ ਸੰਗਤ ਦੀ ਸਾਹਿਬ ਸਤਿਗੁਰੂ ਦਾਸ ਮਹਾਰਾਜ ਚਰਨਾਂ ਦੇ ਅੰਦਰ ਬਨਾਰ ਦੀ ਧਰਤੀ ਅਨੇਕਾਂ ਸੰਗਤਾਂ ਜੁੜਦੀਆਂ ਨੇ ਜਿੱਥੇ ਸਾਧ ਸੰਗਤ ਦੀ ਛੂਤ ਛਾਤ ਦਾ ਬੋਲ ਵਾਲਾ ਹੈ, ਜਿੱਥੇ ਸ਼ੂਦਰ ਦੀ ਵਿਦਿਆ ਪੜ੍ਹਨ ਦੀ ਮਨਾਹੀ ਹੈ ਅਤੇ ਸਾਧ ਸੰਗਤ ਦੀ ਅਤ ਦੰਡਤ ਕੀਤਾ ਜਾਂਦਾ ਹੈ। ਜੇ ਕੋਈ ਪ੍ਰਭੂ ਦਾ ਸਿਮਰਨ ਕਰਦਾ ਹੈ ਵਿਦਿਆ ਪੜ੍ਹਦਾ ਹੈ ਅਤਿਆਚਾਰ ਲਤਾੜਿਆ ਜਾਂਦਾ ਹੈ। ਅਤੇ ਸਤਿਗੁਰੂ ਦੀ ਚਰਨਾਂ ਵਿੱਚ ਅੱਜ ਗੁਰਸਿੱਖ ਸੇਵਕਾਂ ਨੇ ਬੇਨਤੀ ਕੀਤੀ ਪਾਤਸ਼ਾਹ ਵੱਖ ਵੱਖ ਯੁੱਗਾਂ ਦੇ ਅੰਦਰ ਪ੍ਰਾਣੀ ਪਰਮੇਸ਼ਰ ਦੇ ਕਰਮ ਧਰਮ ਵੀ ਕਰਦੇ ਨੇ ਪਰ ਅੱਜ ਸੰਸਾਰ ਦੇ ਉੱਤੇ ਅੰਧਕਾਰ ਦਾ ਬਰਾਬਰ ਬੋਲਬਾਲਾ ਹੈ। ਕਿਹੜਾ ਕਰਮ ਕੀਤਾ ਜਾਵੇ, ਕਿਸ ਕਰਮ ਦੀ ਪਾਲਣਾ ਕੀਤੀ ਜਾਵੇ ਅਤੇ ਜੀਵ ਨੂੰ ਗਿਆਨ ਦਾ ਪ੍ਰਾਪਤੀ ਹੋ ਜਾਏ ਅਤੇ ਪਰਮੇਸ਼ਰੀ ਸਦਕਾ ਸਦਾ ਮਨੁੱਖ ਮਨੁੱਖ ਨਾਲ ਪਿਆਰ ਕਰਨ ਲੱਗਦਾ ਹੈ, ਮਨੁੱਖ ਮਨੁੱਖ ਨੂੰ ਆਪਣਾ ਪਰਿਵਾਰ ਸਮਝਣ ਲੱਗਦਾ ਹੈ। ਅਤੇ ਆ ਸਤਿਗੁਰੂ ਦਾਸ ਮਹਾਰਾਜ ਜੀ ਨੇ ਬਚਨ ਆਖਿਆ ਹੈ ਸਤਜੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ। ਸਤਜੁਗ ਦੇ ਅੰਦਰ ਸਤਜੁਗ ਸਭ ਕੋ ਸਤ ਸਮਾਵੈ, ਸਤਜੁਗ ਸਤ ਤ੍ਰੇਤਾ ਜਗੀ ਸਤਜੁਗ ਦੇ ਅੰਦਰ ਜਿਹੜਾ ਪ੍ਰਾਣੀ ਹੈ ਮਨੁੱਖ ਹੈ ਸੱਚ ਬੋਲਦਾ ਹੈ ਸੱਚ ਕਮਾਉਂਦਾ ਹੈ। ਅਤੇ ਅੱਜ ਹਿਰਦੇ ਅੰਦਰ ਥੋੜ੍ਹੀ ਜਿਹੀ ਯੁੱਗ ਬਦਲਿਆ ਹੈ, ਝੂਠ ਨੇ ਥਾਂ ਦਿੱਤੀ ਹੈ, ਕਰਮ ਕਾਂਡ ਨੇ ਥਾਂ ਬਣਾ ਲਈ। ਅਤੇ ਪਾਤਸ਼ਾਹ ਕਹਿੰਦੇ ਨੇ ਤ੍ਰੇਤਾ ਜਗੀ, ਤ੍ਰੇਤੇ ਦੇ ਅੰਦਰ ਪਸ਼ੂ ਬਲੀ ਦੇਣੀ ਸ਼ੁਰੂ ਹੋ ਗਈ, ਜਗ ਕਰਨੇ ਸ਼ੁਰੂ ਹੋ ਗਏ। ਦੁਆਪਰ ਪੂਜਾ ਚਾਰ, ਦੁਆਪਰ ਦੇ ਅੰਦਰ ਠਾਕਰਾਂ ਦੀ ਪੂਜਾ ਹੋ ਰਹੀ ਹੈ ਅਤੇ ਕੋਈ ਚੰਦਨ ਭੇਟਾ ਕਰਦਾ ਹੈ, ਕੋਈ ਫੁੱਲ ਭੇਟਾ ਕਰਦਾ ਹੈ, ਕੋਈ ਦੁੱਧ ਭੇਟਾ ਕਰਦਾ ਹੈ। ਅਤੇ ਸਾਹਿਬ ਬਚਨ ਕਰਦੇ ਨੇ तीनों जुग तीनों दड़ी, कहते मैं तिना जुगां दे अंदर निरीक्षण करके देखिया है सतयुग सब कुछ सच समावै। सतयुग के अंदर बादशाह बल परमेश्वर के सिमरन नूं मुख रखते हैं तो एक दिन परमेश्वर साहब के रूप अंदर हाजिर होंदे ने होए अधीन भगत जस गावे ऐसा जस करते हैं तो साहब के बचन ने महा होए दरबान महा सुख पावै। भाऊ भगत का भुखा प्रीतम मेरा वो परमात्मा जिहड़ा सच ते ऐसा रिझिया है तो अपने सेवक के दरवाजे मोरे अज तक नामा कहे भगत वस केसव अज हूँ बल के द्वार खड़ो, अज तक बल के द्वार खड़ा है। तो त्रेता ते द्वापर जिहड़ी जीव
ਕਰਮਾਂ ਦੇ ਅੰਦਰ, ਕਾਂਡਾਂ ਦੇ ਅੰਦਰ ਫਸੇ ਨੇ, ਉੱਥੇ ਪਾਤਸ਼ਾਹ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੇ, ਜੋ ਕੇਵਲ ਦਿਖਾਵੇ ਮਾਤਰ ਨੇ, ਜੋ ਕਿ ਦੁਨੀਆ ਦੀ ਸ਼ੋਭਾ ਵਡਿਆਈ ਵਾਸਤੇ ਨੇ। ਇਸ ਲਈ ਕਲ ਕੇਵਲ ਨਾਮ ਆਧਾਰ, ਅੱਜ ਕਲਯੁਗ ਦਾ ਸਮਾਂ ਏ ਅਤੇ ਇਹ ਸ਼ੂਦਰ ਚਮਾਰ ਜਿਹਨੂੰ ਜਾਤ ਪਾਤ ਕਰਕੇ ਲਤਾੜਿਆ ਜਾ ਰਿਹਾ, ਉਹਨੂੰ ਤੇ ਵਿਦਿਆ ਪੜ੍ਹਨ ਦੀ ਮਨਾਹੀ ਹੈ, ਪ੍ਰਭੂ ਦਾ ਨਾਮ ਜਪਣ ਦੀ ਮਨਾਹੀ, ਪ੍ਰਭੂ ਪ੍ਰਾਪਤੀ ਹੋ ਹੀ ਨਹੀਂ ਸਕਦੀ। ਇਸ ਲਈ ਕਲਯੁਗ ਦੇ ਅੰਦਰ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦਾ ਸਿਮਰਨ, ਜਿਸ ਨੂੰ ਪਾਤਸ਼ਾਹ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੈ ਮੂਚਾ, ਅਤੇ ਪ੍ਰਭ ਕਾ ਸਿਮਰਨ ਸਦਾ ਅਵਿਨਾਸੀ, ਪ੍ਰਭ ਕਾ ਸਿਮਰਨ ਸਦਾ ਅਵਿਨਾਸੀ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਐਸੀ ਅਵਸਥਾ ਸਿਮਰਨ ਸਦਕਾ ਹੀ ਪ੍ਰਾਪਤ ਹੋ ਸਕਦੀ। ਉਸੇ ਨੂੰ ਗੁਰਦੇਵ ਨੇ ਆਖਿਆ ਸੀ ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸੰਭਾਲ ਸਵੇਰਾ, ਆਈ ਮਨੁੱਖਾ ਜਨਮ ਸਾਂਭਣ ਦਾ ਵੇਲਾ, ਇਹ ਹਿਰਦੇ ਵਿੱਚ ਪ੍ਰਭੂ ਦਾ ਸਿਮਰਨ ਕਰਿਆ ਕਰ, ਸੰਭਾਲਣਾ ਕਰ ਸਵਾਸ ਸਵਾਸ ਪਰਮੇਸ਼ਰ ਦੀ ਯਾਦ ਦੇ ਅੰਦਰ ਸਫਲਾ ਕਰਕੇ ਜ਼ਿੰਦਗੀ ਦਾ ਲਾਹਾ ਖੱਟ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਲ ਕੇਵਲ ਨਾਮ ਆਧਾਰ, ਕਲਯੁਗ ਦੇ ਅੰਦਰ ਨਾਮ ਤੋਂ ਬਿਨਾਂ ਸਭ ਕੁਛ ਅੰਧਕਾਰ ਆ, ਵਿਅਰਥ ਆ, ਨਾਮ ਬਿਨਾਂ ਸਭ ਕੂੜ, ਗੱਲ ਹੀ ਉੱਚੀਆਂ, ਸਿਮਰਨ ਤੋਂ ਬਿਨਾਂ ਕੋਈ ਵੀ ਕਰਮ ਕਾਂਡ ਜਿਹੜਾ ਹੈ, ਕੋਈ ਵੀ ਕਰਮ ਧਰਮ ਜਿਹੜਾ ਹੈ ਪਖੰਡ ਹੈ। ਇਸ ਲਈ ਨਾਮ ਬਿਨਾਂ ਸਭ ਕੂੜ, ਗੱਲ ਹੀ ਉੱਚੀਆਂ, ਅਤੇ ਨਾਮ ਨਿਧਾਨ ਅਪਾਰ, ਭਗਤਾਂ ਮਨ ਵਸੀ, ਨਾਮ ਦਾ ਖਜ਼ਾਨਾ ਪ੍ਰਭੂ ਪਿਆਰਿਆਂ ਦੇ ਮਨ ਵਿੱਚ ਵਸਦਾ ਹੈ। ਅਤੇ ਸਾਹਿਬ ਦੇ ਆਖਦੇ ਨੇ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ, ਸਚਿਆਰ ਪੁਰਸ਼ਾਂ ਦੀ ਸੰਗਤ ਕੀਤੀਆਂ ਜਿਹੜੇ ਨਾਮ ਦੀ ਵਰਖਾ ਕਰਦੇ ਨੇ ਅਤੇ ਜਨਮ ਮਰਨ ਦਾ ਦੁੱਖ ਨਿਵਾਰਨ ਹੋ ਜਾਏ। ਇਸ ਲਈ ਪਾਤਸ਼ਾਹ ਕਹਿੰਦੇ ਨੇ ਪਾਰ ਕੈਸੀ ਪਾਈ ਬੂਰੀ, ਮੂੰਹ ਸੁਕੋ ਨਾ ਕਹਿ ਸਮਝਾਈ, ਪ੍ਰਭੂ ਸਿਮਰਨ ਤੋਂ ਬਿਨਾਂ ਜੀਵ ਜਨਮ ਮਰਨ ਦੇ ਚੱਕਰ ਤੋਂ ਮੁਕਤ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕਰ ਸਕੇਗਾ, ਕੋਈ ਸਮਝਾ ਕੇ ਨਹੀਂ ਦੱਸ ਰਿਹਾ। ਪਾਰ ਕੈਸੇ ਪਾਈ ਬੁਰੀ, ਮੂੰਹ ਸੁਕੋ ਨਾ ਕਹਿ ਸਮਝਾਈ, ਜਾਤੀ ਆਵਾ ਗਵਨ ਬਲਾਈ, ਜਿਸ ਕਰਮ ਦੇ ਨਾਲ ਆਵਾਗਣ ਦਾ ਚੱਕਰ ਮਿਟ ਜਾਏ, ਜਨਮ ਮਰਨ ਦਾ ਚੱਕਰ ਮਿਟ ਜਾਏ ਅਤੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਬਣ ਜਾਏ, ਅਤੇ ਜਿਹਨੂੰ ਪਾਤਸ਼ਾਹ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ, ਤੁਮ ਸਿਓ ਜੋੜ ਅਵਰ ਸੰਗ ਤੋੜੀ, ਉਹ ਪ੍ਰੀਤ ਬਣ ਆਏ। ਇਸ ਲਈ ਪਾਤਸ਼ਾਹ ਕਹਿੰਦੇ ਨੇ ਪਾਰ ਕੈਸੀ ਪਾਈ ਬੁਰੀ, ਮੋਹ ਸੁਕੂ ਨਾ ਕਹਿ ਸਮਝਾਈ, ਜਾਤੀ ਆਵਾ ਗਵਨ ਬਲਾਈ, ਬਹੁ ਵੇ ਧਰਮ ਨਰੂਪੀ ਕਰਤਾ ਦਿਸੈ ਸਭ ਲੋਈ, ਬਹੁਤੇ ਧਰਮਾਂ ਦੀ ਵਿਚਾਰਧਾਰਾ ਨੂੰ ਪੜ੍ਹਿਆ ਏ, ਵਿਚਾਰੇ ਪਰਖਿਆ ਏ, ਘੋਖਿਆ ਏ, ਅਤੇ ਇਹੋ ਤੱਤ ਵਿਚਾਰਿਆ, ਅਸਲੀਤ ਕੀ ਕੱਢੀਏ, ਤੱਤ ਕੀ ਕੱਢਿਆ ਏ। ਬਹੁ ਵੇ ਧਰਮ ਨਰੂਪੀ ਕਰਤਾ ਦਿਸੈ ਸਭ ਲੋਈ, ਸੰਸਾਰ ਉਹਨਾਂ ਕਰਮਾਂ ਧਰਮਾਂ ਨੂੰ ਕਮਾਉਂਦਾ ਵੀ ਦਿਸਦਾ ਏ, ਪਰ ਕਵਨ ਕਰਮ ਤੇ ਛੂਟੀ ਦੀ ਸਾਧੈ ਸਭ ਸਿੱਧ ਹੋਈ, ਉਹ ਨਖੇੜਾ ਕਰਕੇ ਨਹੀਂ ਦੱਸਦੇ ਕਿ ਕਿਸ ਕਰਮ ਦੇ ਨਾਲ ਜੀਵਨ ਦਾ ਮਨੋਰਥ ਪੂਰਾ ਹੋ ਜਾਂਦਾ ਏ, ਜ਼ਿੰਦਗੀ ਦਾ, ਜਿਹਨੂੰ ਪਾਤਸ਼ਾਹ ਕਹਿੰਦੇ ਭਈ ਪ੍ਰਾਪਤ ਮਨੁੱਖ ਦੀ ਹਰੀਆ, ਗੋਬਿੰਦ ਮਿਲਣ ਕੀ ਇਹ ਦੇਰੀ ਵਰੀਆ, ਇਹ ਬਾਰੀ ਪੂਰੀ ਹੋ ਜਾਂਦੀ ਹੈ। ਭਾਵ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਬ੍ਰਹਮ ਗਿਆਨ, ਬ੍ਰਹਮ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਇਹ ਕੋਈ ਦੱਸਦਾ ਨਹੀਂ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਵਨ ਕਰਮ ਤੇ ਛੁੱਟੀ ਦੀ ਸਾਧੈ ਸਭ ਸਿੱਧ ਹੋਈ, ਕਰਮ ਅਕਰਮ ਵਿਚਾਰੀਏ ਸ਼ੰਕਾ ਸੁਣ ਵੇਦ ਪੁਰਾਣ। ਜਦ ਵੇਦਾਂ ਗ੍ਰੰਥਾਂ ਨੂੰ ਪੜ੍ਹਦੇ ਹਾਂ ਅਤੇ ਵੇਦ ਗ੍ਰੰਥਾਂ ਨੂੰ ਪੜ੍ਹ ਕੇ ਸ਼ੰਕਾ ਹੋਰ ਵੱਧ ਜਾਂਦਾ ਹੈ, ਕਿਉਂਕਿ ਉਹ ਕੁਝ ਕਰਮ ਕਰਨ ਦੀ ਆਗਿਆ ਦਿੰਦੇ ਨੇ, ਕੁਝ ਕਰਨ ਦੇ ਵਿੱਚ ਕੁਝ ਕਰਮ ਕਾਂਡ ਐਸਾ ਹੈ ਕਿ ਜਿਨ੍ਹਾਂ ਨੂੰ ਕੀਤਿਆਂ ਮਨ ਦੀ ਤਸੱਲੀ ਨਹੀਂ, ਭਰਮ ਖਤਮ ਨਹੀਂ ਹੁੰਦਾ, ਸ਼ੰਕੀ ਹੋਰ ਵੱਧ ਜਾਂਦੀ। ਇਸ ਲਈ ਸ਼ੰਕਾ ਸੁਣ ਵੇਦ ਪੁਰਾਣ, ਸੰਸਾ ਸਦ ਹਿਰਦੀ ਵਸੀ, ਜੇ ਸ਼ੰਕਾ ਹਿਰਦੇ ਵਿੱਚੋਂ ਜਾਣਾ ਹੀ ਨਹੀਂ, ਮਨ ਦੀ ਹਉਮੈ ਨਹੀਂ ਮਿਟਣੀ ਵੀ ਪਰਮੇਸ਼ਰ ਦੀ ਨਾਮ ਦੀ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀਏ, ਕਿ ਸੰਸਾਰ ਵੱਲ ਤੱਕਦੇ ਹਾਂ, ਸੰਸਾਰੀ ਜੀਵ ਤੀਰਥਾਂ 'ਤੇ ਜਾਂਦੇ ਨੇ, ਅਤੇ ਤੀਰਥਾਂ 'ਤੇ ਜਾਂਦੇ ਆ, ਮਨ ਦੀ ਹਉਮੈ ਹੁੰਦੀ ਹੈ ਕਿ ਅਸੀਂ ਤੀਰਥ ਯਾਤਰਾ ਕਰਕੇ ਆਏ, ਅਤੇ ਪਾਤਸ਼ਾਹ ਦੇ ਬਚਨ ਨੇ ਇੱਕ ਭਉ ਲੱਥੀ ਨਹਾਤਿਆਂ ਦੋਇ ਪਾ ਚੜ੍ਹੀਏ ਸੁਰ, ਹਉਮੈ ਦੇ ਵਿੱਚ ਆ ਕੇ ਚੁਗਲੀ ਨਿੰਦਿਆ ਕਰਕੇ ਸਿਮਰਨ ਕੀਤਾ ਨਹੀਂ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਪਰਮੇਸ਼ਰ ਦੇ ਸਿਮਰਨ ਨੂੰ ਭੁੱਲ ਕੇ ਆਪੋ ਆਪਣੀਆਂ ਗੱਲਾਂ ਕਰਕੇ ਆਪਣੀ ਹਉਮੈ ਦੇ ਵਿੱਚ ਹੀ ਆ ਜਾਂਦੇ, ਅਤੇ ਉਹ ਪਾਤਸ਼ਾਹ ਕਹਿੰਦੇ ਨੇ ਉੱਥੇ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ, ਜਿਵੇਂ ਹਾਥੀ ਨੂੰ ਨਲਾਇਆ ਜਾਂਦਾ ਹੈ ਫਿਰ ਸੁੰਡ ਨਾਲ ਮਿੱਟੀ ਉੱਪਰ ਪਾਉਣ ਲੱਗਦਾ, ਇਸੇ ਤਰ੍ਹਾਂ ਅਸੀਂ ਪ੍ਰਾਪਤੀ ਤੇ ਕੁਝ ਨਹੀਂ ਹੋਈ ਇਸ਼ਨਾਨ ਕਰਕੇ, ਮਨ ਦੀ ਸਰੀਰ ਦੀ ਮੈਲ ਤੇ ਲੱਥੀਏ ਪਰ ਦੁੱਗਣੀ ਮਿੱਟੀ, ਪਰ ਹਿਰਦੇ ਦੀ ਮੈਲ ਲੱਥੀ ਨਹੀਂ, ਪਰ ਪਾਪਾਂ ਦੀ ਵਿਕਾਰਾਂ ਦੀ ਚੁਗਲੀ ਨਿੰਦਿਆ ਬਖੇਲੀ ਹਿਰਦੇ ਅੰਦਰ ਹੋਰ ਮੈਲ ਚੜਾ ਲਈ। ਕਿਸੇ ਨੂੰ ਪਾਤਸ਼ਾਹ ਕਹਿੰਦੇ ਮਨ ਅੰਤਰ ਹਉਮੈ ਮੈਲ ਹੈ, ਹਉਮੈ ਰੂਪੀ ਮੈਲ ਜਿਹੜੀ ਉਹ ਨਿਵਰਤ ਨਹੀਂ ਹੋਈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਬਹੁ ਬਿਦ ਧਰਮ ਨਰੂਪੀ ਕਰਤਾ ਦੀਸੈ ਸਭ ਲੋਈ, ਕਵਨ ਕਰਮ ਤੇ ਛੁਟੀ ਦੀ ਸਾਧੈ ਸਭ ਸਿੱਧ ਹੋਈ, ਕਰਮ ਅਕਰਮ ਵਿਚਾਰੀ ਸ਼ੰਕਾ ਸੁਣ ਵੇਦ ਪੁਰਾਣ, ਸੰਸਾ ਸਦ ਹਿਰਦੇ ਵਸੀ ਕੌਣ ਹਿਰੈ ਅਭਿਮਾਨ, ਬਾਹਰ ਉਦਕ ਪਖਾਰੀ ਘਟ ਪੀਤਰ ਵਿਵਿਧ ਵਿਕਾਰ। ਬਾਹਰੋਂ ਤੇ ਇਸ਼ਨਾਨ ਕੀਤਾ ਏ ਪਰ ਅੰਦਰ ਮੈਲ ਭਰੀ, ਅੰਦਰ ਵਿਕਾਰਾਂ ਦੀ
ਤੂੰ ਛੁਟਕਾਰਾ ਨਹੀਂ ਹੋਇਆ। ਬਾਹਰ ਉਤਕ ਫਗਾਰੀਏ ਘਟ ਪੀਤਰ ਵੋ ਵਿਦ ਵਿਕਾਰ ਸ਼ੁੱਧ ਕਵਨ ਪਰ ਹੋਈ ਬੂ ਸੁਚ ਕੁੰਤਰ ਵਿਦ ਹਰ। ਅਸੀਂ ਸ਼ੁੱਧ ਨਹੀਂ ਹੋ ਸਕਦੇ ਕਿਉਂਕਿ ਹਾਥੀ ਦੀ ਇਸ਼ਨਾਨ ਤਰ੍ਹਾਂ ਸਾਡੀ ਤੀਰਥਾਂ ਦੀ ਯਾਤਰਾ ਹੈ। ਸੁਧ ਕਵਨ ਪਰ ਹੋਈ ਬੂ ਸੁਚ ਕੁੰਤਰ ਵਿਦ ਵਿਹਾਰ ਰੱਬ ਪ੍ਰਗਾਸ ਰਜਨੀ ਜਥਾ ਗਤ। ਕਹਿੰਦੇ ਆਓ ਤੁਹਾਨੂੰ ਅਸੀਂ ਦੱਸਦੇ ਹਾਂ ਵਿਕਾਰਾਂ ਨੇ ਕਿਵੇਂ ਨਾਸ਼ ਹੋਣਾ ਹੈ ਤੇ ਅਗਿਆਨਤਾ ਦਾ ਅੰਧੇਰਾ ਕਿਵੇਂ ਦੂਰ ਹੋਣਾ ਹੈ। ਭਾਸ਼ਾ ਕਹਿੰਦੇ ਨੇ ਰੱਬ ਪ੍ਰਗਾਸ ਰਜਨੀ ਜਥਾ ਗਤ। ਕਹਿੰਦੀ ਦੁਨੀਆ ਜਾਣਦੀ ਭਾਵੇਂ ਸਤਯੁਗ ਹੋਵੇ ਤੇ ਭਾਵੇਂ ਤ੍ਰੇਤਾ ਹੋਵੇ ਤੇ ਭਾਵੇਂ ਕਲਯੁਗ ਹੋਵੇ, ਯੁੱਗ ਭਾਵੇਂ ਜਿਹੜਾ ਮਰਜ਼ੀ ਹੋਵੇ ਪਰ ਸੂਰਜ ਤੇ ਹਰ ਯੁੱਗ ਵਿੱਚ ਚੜ੍ਹਦਾ ਹੈ ਨਾ। ਇਸ ਲਈ ਸਾਹਿਬ ਸਤਿਗੁਰੂ ਦਾਸ ਮਹਾਰਾਜ ਪ੍ਰਮਾਣ ਦਿੰਦੇ, ਕਹਿੰਦੇ ਆਓ ਪਰਮੇਸ਼ਰ ਦਾ ਜੋ ਬ੍ਰਹਮ ਗਿਆਨ ਹੈ ਉਹ ਕੀ ਹੈ, ਪਰਮੇਸ਼ਰ ਗੁਰੂ ਰੂਪ ਕੀ ਗਿਆਨ ਦਿੰਦਾ ਹੈ ਤੇ ਸਾਡਾ ਪਾਰ ਉਤਾਰਾ ਕਿਵੇਂ ਹੋਣਾ ਹੈ, ਕਿਵੇਂ ਜੀਵਨ ਸਫਲ ਹੋਣਾ ਹੈ, ਕਿਵੇਂ ਪ੍ਰਭੂ ਦੀ ਮਿਲਾਪ ਪ੍ਰਾਪਤੀ ਹੋਣੀ ਹੈ, ਕਿਵੇਂ ਪਰਮੇਸ਼ਰ ਦੇ ਆਨੰਦ ਰਸ ਨੂੰ ਚੱਖਣਾ ਹੈ। ਤੇ ਸਾਹਿਬ ਵਚਨ ਕਰਦੇ ਨੇ, ਕਹਿੰਦੇ ਰੱਬ ਪ੍ਰਗਾਸ, ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਰਜਨੀ ਜਥਾ ਗਤ, ਰਾਤ ਖਤਮ ਹੋ ਜਾਂਦੀ, ਹਨੇਰਾ ਖਤਮ ਹੋ ਜਾਂਦਾ ਹੈ। ਫਿਰ ਕਹਿਣਾ ਨਹੀਂ ਪੈਂਦਾ ਵੀ ਹਨੇਰੇ ਤੂੰ ਖਤਮ ਹੋ ਜਾ, ਸੂਰਜ ਦਾ ਪ੍ਰਕਾਸ਼ ਹੀ ਇਤਨਾ ਹੈ ਹਨੇਰਾ ਆਪਣੇ ਆਪ ਖਤਮ ਹੋ ਜਾਂਦਾ ਹੈ। ਰੱਬ ਪ੍ਰਗਾਸ ਰਜਨੀ ਜਥਾ ਗਤ, ਜਾਣ ਤੋਂ ਸਭ ਸੰਸਾਰ ਸਾਰੀ ਦੁਨੀਆ ਜਾਣਦੀ ਏ, ਯੁੱਗ ਭਾਵੇਂ ਜਿਹੜਾ ਮਰਜ਼ੀ ਹੋਵੇ। ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਸੂਰਜ ਚੜ੍ਹ ਜਾਂਦਾ ਏ, ਹਨੇਰਾ ਰਾਤ ਖਤਮ ਹੋ ਜਾਂਦੀ ਹੈ। ਇਸੇ ਲਈ ਸਾਹਿਬ ਆਖਦੇ ਨੇ ਅੱਗੇ ਇਸੇ ਤਰ੍ਹਾਂ ਰੱਬ ਪ੍ਰਗਾਸ ਰਜਨੀ ਜਥਾ ਗਤ, ਜਾਨ ਸਭ ਸੰਸਾਰ ਪਾਰਸ ਮਾਨੋ ਤਾਂਬੂ ਛੂਏ ਕਨਕ ਹੂਤ ਨਹੀਂ ਬਾਰ। ਕਹਿੰਦੇ ਪਾਰਸ ਤਾਂਬੇ ਨਾਲ ਛੂ ਜਾਏ ਸੋਨਾ ਬਣਦਿਆਂ ਦੇਰ ਨਹੀਂ ਲੱਗਦੀ। ਪਾਰਸ ਮਾਨੋ ਤਾਂਬੂ ਛੂਏ ਕਨਕ ਹੂਤ ਨਹੀਂ ਬਾਰ, ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਅੱਜ ਪਰਮ ਪਾਰਸ ਜਿਹਨੂੰ ਕਹਿੰਦੇ ਨੇ ਕਰਮ ਕਰ ਤੋ ਦਰਸ ਪਰਸ, ਪਾਰਸ ਸਰ, ਪਾਰਸ ਵਰਗੀ ਪਰਮੇਸ਼ਰ ਸਰੂਪ, ਪਰਮੇਸ਼ਰ ਪਰਮ ਪਿਤਾ ਪਰਮਾਤਮਾ ਬ੍ਰਹਮ ਗੁਰੂ ਅੱਜ ਆਪ ਮਿਲੇ ਨੇ ਪਰਮ ਪਾਰਸ ਦੇ ਰੂਪ ਅੰਦਰ। ਪਰਮ ਪਾਰਸ ਪਰਮੇਸ਼ਰ ਜਿਹੜਾ ਬ੍ਰਹਮ ਗੁਰੂ ਦੇ ਰੂਪ ਅੰਦਰ ਆਪ ਮਿਲ ਕਰਕੇ ਅੱਜ ਬ੍ਰਹਮ ਗਿਆਨ ਪ੍ਰਾਪਤ ਸ਼ਬਦ ਦੀ ਦਾਤ ਦਿੱਤੀ। ਜਿਹਨੂੰ ਪਾਤਸ਼ਾਹ ਕਹਿੰਦੇ ਨੇ ਪਰਮ ਪਰਸ ਗੁਰੂ ਭੇਟੀਏ ਪੂਰਵ ਲਿਖਤ ਲਿਲਾਟ। ਜਨਮ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਮਿਹਨਤ ਕੀਤੀ ਭਾਵ ਜਪ ਤਪ ਸੰਜਮ ਜੋ ਵੀ ਹੁਣ ਤੱਕ ਪਰਮੇਸ਼ਰ ਦੀ ਬੰਦਗੀ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਬਹੁਤ ਜਨ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਿਓ ਦਰਸ਼ਨ ਦੇਖੇ। ਇਹ ਆਸਾ ਲੈ ਕੇ ਪਰਮੇਸ਼ਰ ਕਰ ਬੰਦਗੀ ਛਾੜ, ਮੈਂ ਬੇਕਾਰਾਂ ਨੂੰ ਛੱਡ ਕਰਕੇ ਤੇਰੀ ਬੰਦਗੀ ਵਿੱਚ ਜੀਵਨ ਲਾਇਆ ਹੈ। ਭਾਵ ਜਨਮ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਮਿਹਨਤ ਕੀਤੀ ਅੱਜ ਸਫਲ ਹੋਈਏ। ਕਿਵੇਂ? ਪੂਰਵ ਕਰਮ ਅੰਕੁਰ ਜਬ ਭੇਟਿਓ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸ ਕਬਰ ਆ ਗਈ। ਜਦੋਂ ਪੂਰਵਲੇ ਕਰਮ ਭਾਵ ਜਨਮ ਤੋਂ ਲੈ ਕਰਕੇ ਹੁਣ ਤੱਕ ਜਿੰਨੀ ਵੀ ਮਿਹਨਤ ਕੀਤੀ ਹੈ, ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਉਹ ਸਤਿਗੁਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਿਆ ਹੈ। ਪਰਮ ਪਰਸ ਗੁਰ ਭੇਟੀਏ ਪੂਰਵ ਲਿਖਤ ਲਲਾਟ, ਅੱਜ ਮੱਥੇ ਦੇ ਭਾਗ ਜਾਗੇ ਨੇ। ਪੂਰਵ ਲਿਖਤ ਲਲਾਟ ਉਨ ਮਨ ਉਹੀ ਸੀ, ਅੱਜ ਸਤਿਗੁਰ ਦੇ ਆਸ਼ੀਰਵਾਦ ਸਦਕਾ, ਬ੍ਰਹਮ ਗੁਰੂ ਦੀ ਰਹਿਮਤ ਸਦਕਾ, ਬ੍ਰਹਮ ਗਿਆਨ ਸ਼ਬਦ ਸਦਕਾ ਮਨ ਉਹੀ ਜਿਹੜਾ ਹੈ, ਜਿਹੜਾ ਬਕਾਰਾਂ ਤੋਂ ਪਿੱਛੇ ਨਹੀਂ ਸੀ, ਅੱਜ ਬਕਾਰਾਂ ਦਾ ਨਾਸ਼ ਹੋ ਕਰਕੇ ਉਹੀ ਮਨ ਸਿਮਰਨ ਵਿੱਚ ਲੱਗ ਕਰਕੇ ਅੰਮ੍ਰਿਤ ਰਸ ਵਰਸਾ ਰਿਹਾ ਹੈ। ਸੋਈ ਬਸ ਰਸ ਜਿਹਨੂੰ ਪਾਤਸ਼ਾਹ ਕਹਿੰਦੇ ਪਰਮ ਪਰਸ ਗੁਰ ਭੇਟੀਏ ਪੂਰਵ ਲਿਖਤ ਲਲਾਟ, ਉਨ ਮਨ ਹੀ ਮਿਲੀ, ਉਸੇ ਮਨ ਵਿੱਚੋਂ ਅੰਮ੍ਰਿਤ ਰਸ ਪ੍ਰਾਪਤ ਸ਼ੁਰੂ ਹੋਣਾ ਹੋ ਗਿਆ। ਉਨ ਮਨ ਹੀ ਮਿਲੀ ਛੁਟਕਤ ਵਜਰ ਕਪਾਟ, ਜਿਹੜੀ ਭਰਮ ਦੀ ਵਿਕਾਰਾਂ ਦੀਆਂ ਕੰਧਾਂ ਸਨ ਉਹ ਪਾਤਸ਼ਾਹ ਕਹਿੰਦੇ ਨੇ ਹੁਣ ਟੁੱਟ ਗਈਆਂ ਨੇ। ਛੁਟਕਤ ਵਜਰ ਕਪਾਟ ਭਗਤ ਜੁਗਤ ਮਤ ਸਤ ਕਰੀ, ਕਦੋਂ? ਜਦੋਂ ਸਤਿਗੁਰ ਨੇ ਮਿਹਰ ਕਰਕੇ ਭਗਤੀ ਦੀ ਜੁਗਤੀ ਤੇ ਮੁਕਤੀ ਦੀ ਜੁਗਤੀ ਬਖਸ਼ੀ। ਬ੍ਰਹਮ ਗੁਰੂ ਪਰਮ ਪਿਤਾ ਪਰਮੇਸ਼ਰ ਨੇ, ਕਿਉਂਕਿ ਬੰਦਾ ਤੇ ਪਰਛਾਵੇਂ ਤੋਂ ਭਿੱਟ ਮੰਨਦਾ, ਇਸ ਲਈ ਪਰਮੇਸ਼ਰ ਪਰਮ ਪਾਰਸ ਦੇ ਰੂਪ ਅੰਦਰ ਤੂੰ ਕਿਰਪਾ ਕੀਤੀ। ਪਰਮ ਪਰਸ ਗੁਰ ਭੇਟੀਏ ਪੂਰਵ ਲਿਖਤ ਲਲਾਟ, ਉਨ ਮਨ ਹੀ ਮਿਲੀ ਛੁਟਕਤ ਵਜਰ ਕਪਾਟ। ਭਗਤ ਜੁਗਤ ਮਤ ਸਤ ਕਰੀ, ਉਹੀ ਮਤ ਸੀ ਜਿਹਦੇ ਅੰਦਰ ਮਤ ਵਿੱਚ ਰਤਨ ਜਵਾਹਰ ਮਨ, ਉਹੀ ਜਿਹੜਾ ਮਨ ਹੈ ਐਸੇ ਸਿਮਰਨ ਸਦਕਾ ਇੱਕ ਗੁਣ ਅਮੂਲਕ ਮੋਤੀਆਂ ਦੇ ਅੰਦਰ, ਹਿਰਦੇ ਦੇ ਅੰਦਰ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਬਰੇਨ ਦੇ ਅੰਦਰ, ਮਤ ਦੇ ਅੰਦਰ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਗੁਣਾਂ ਦੇ ਰੂਪ। ਸਤ ਸੰਤੋਖ ਧਰਮ ਤੀਜ ਐਸੇ ਗੁਣਾਂ ਰੂਪੀ ਮੋਤੀ ਹਿਰਦੇ ਵਿੱਚ ਪ੍ਰਗਟ ਹੋ ਗਿਆ ਮਸਤਕ ਵਿੱਚ ਸਿਮਰਨ ਸਦਕਾ। ਇਹਨੂੰ ਪਾਤਸ਼ਾਹ ਕਹਿੰਦੇ ਨੇ ਪਰਮ ਪਰਸ ਗੁਰ ਭੇਟੀ ਪੂਰਵ ਲਿਖਤ ਲਲਾਟ, ਉਨ ਮਨ ਹੀ ਮਿਲੀ ਛੁਟਕਤ ਵਜਰ ਕਪਾਟ। ਭਗਤ ਜੁਗਤ ਮਤ ਸਤ ਕਰੀ ਪਰਮ ਬੰਧਨ ਕਾਟ ਬੇਕਾਰ, ਸੋਈ ਵਸ ਰਸ ਮਨ ਮਿਲੀ ਗੁਣ ਨਿਰਗੁਣ ਏਕ ਵਿਚਾਰ। ਨੂੰ ਪਤਾ ਲੱਗ ਗਿਆ ਏ ਨਿਰਗੁਣ ਤੇ ਸਰਗੁਣ ਦੋਹੀਂ ਪਾਸੇ ਪਰਮੇਸ਼ਰ ਅਕਾਲ ਪੁਰਖ ਇੱਕ ਪਰਮਾਤਮਾ ਹੀ ਹੈ। ਉਹਦੇ ਲਈ ਮਨੁੱਖਾ ਅਵਤਾਰ ਪਰਮੇਸ਼ਰ ਨੇ ਸਾਨੂੰ ਪਰਖਣ ਲਈ ਨਿਰਣਾ ਕਰਨ ਲਈ ਮਨੁੱਖਾ ਜਨਮ ਦਿੱਤਾ ਹੈ, ਸਮਝ ਦਿੱਤੀ, ਸੋਚ ਦਿੱਤੀ ਹੈ। ਇਹਨੂੰ ਪਾਤਸ਼ਾਹ ਕਹਿੰਦੇ ਨੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਹੀ ਮਨੁੱਖਾ ਜਨਮ ਦਾ ਲਾਹਾ ਹੈ। ਇਸ ਲਈ ਸਾਚੀ ਪ੍ਰੀਤ ਹਮ ਤੁਮ ਸੇ ਉਜੜੀ, ਪਰਮੇਸ਼ਰ ਮੈਂ ਸੱਚੀ ਪ੍ਰੀਤ ਤੇਰੇ ਨਾਲ ਜੁੜੀ ਆ, ਤੁਮ ਸੇ ਜੋੜ ਅਵਰ ਸੰਗ ਤੋੜੀ ਬੇਕਾਰਾਂ ਨਾਲ ਤੋੜ ਕੇ ਤੇਰੇ ਨਾਲ ਲਾ ਲਈ। ਇਸ ਲਈ ਸਾਹਿਬ ਬਚਨ ਕਰਦੇ ਨੇ
उन मन 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 ही मिली छुटकत बजर कपाट भगत जुगत मत सत करी प्रबंधन काट विकार सोई बस रस मन मिले गुण निर्गुण एक विचार। हुण उस कहंदी समझ पई आ, विचार आई आ कि एक अकाल पुरख ही है जिहड़ा सानू जीवन की जाच बख्श सकता है, जीवन के विचों अज्ञानता का अंधेरा कढ़ के ज्ञान का प्रकाश दे सकता है। गुण निर्गुण एक विचार अनक जतन ने ग्रह की टारी न ढरी परमपास। होर जिन्ने मर्जी जतन कर लईए परमेश्वर के सिमरन तो बिना पातशाह कहते पार उतारा नहीं होना, परमेश्वर के चरणों में लिव नहीं लगनी, परमेश्वर का आशीर्वाद नहीं मिलना। इसलिए पातशाह कहते हैं अनक जतन निग्रह की टरन ढरी परमपास। प्रेम भगत नहीं उपडै तां ती रविदास उदास। जे प्रेमा भगती प्राप्त करनी आ कि तां उदासन अपने कोल बैठना पवेगा, अपने आत्मा नूं परमात्मा नाल जोड़ना पवेगा। तो ये कृपा ब्रह्म गुरु के रूप अंदर परम पिता परमेश्वर परम पारस गुर भेटी अज मेरे ते परम पारस गुर भेटी परम पिता परमात्मा ने की। तो अड जिमें पारस दे नाल तांबा छूया है सोना बनन दे लगी, अड परमेश्वर की कृपा हुई है। तो ही मोही मोही तो ही अंतर कैसा, काना कट जल तरंग जैसा। परमेश्वर ने अज मैनू अपना ही रूप बख्श दिता है, अपना ही रहमत बख्श दी। इसे नूं साहिब सतगुरु अर्जन देव बचन करते हैं रविदास ते आई प्रभ अनूप गुर नानक दीव गोबिंद रूप। रविदास जी ने सोहने परम पिता परमेश्वर नूं ध्याया है ते ब्रह्म रूप बन ब्रह्म पद नूं प्राप्त करके ब्रह्म गुरु की पदवी नूं प्राप्त किया है। इस साहिब सतगुरु अर्जन देव पातशाह की निर्णा देंदे ने पंजवें सरू गुरु नानक। इसलिए सतगुरु दास कहते हैं अनक जतन नैकरी की टरन टरी परमपास। होर जिन्ने मर्जी जतन कर लो भरमां की फाई तो छुटकारा नहीं होना। इसलिए प्रेम भगत नहीं उपजी, प्रेमा भगत उच पुजी नहीं सकती जो तक विकारां तो मुक्त नहीं होंदा बंदा। इसलिए अनक जतन नेगरे की टरन ढरी परमपास। प्रेम भगत नहीं उपजै तां ती रविदास उदास। अज कहते उदास अपने कोल आसन जिन्होंने पातशाह वचन करते हैं प्रथम गुरु को नमस्कार सगल जगत की आधार। ओंकार की राह चलाई सतगुरु हुई आप सहाय। ओं आत उदासी आई उदास धर्म का राह चलाई। ओं आत उदासी आई सतनाम का जप जपाई। ओं अखर नाम उदासी सुहंग अखर नाम सन्यासी। ओं सुहंग आपे आप जपाई सुहंग का जाप। अज आप जपाउण वाला आ गया। आप जपाई सुहंग का जाप उदास मर्ग न रहे उदासी। नानक सू कहिए उदासी उन्होंने कहते हैं उदासी जिहड़ा अपने कोल बह गया भाव आत्मा नूं परमात्मा दे नाल जोड़ लिया। इसलिए सतगुरु कृपा करना आपां भी सतगुरु के चरणों में जुड़ करके ही सेवा सिमरन सदका ये जीवन सतगुरु के चरणों में ला करके जिथे किरत करनी है करते नाल जुड़ के करिए। तो करते की महिमा कीरत प्रभ की गाओ मेरे रसना। परमेश्वर की महिमा के अंदर कीरत करते हुए करते नाल जुड़ के सतगुरु दी खुशियां लईए जी। उन्हां भुल्लां दी खिमा करिए अरदास। कोरोना महामारी सतगुरु शांत करन। दुखिया दर्द वंद दर आया बहुत प्यास जवाब न पाया। कह रविदास सन प्रभ तेरी ज्यों जानो त्यों कर मत। ये परम पिता परमेश्वर कर कृपा साजी। कृपा करो दीन की दाती मेरा गुण अवगुणा विचारो कोई। माटी का क्या तो पैसों में मानस की गति। इसलिए सासंग दी कल केवल नाम आधार। इसलिए प्रभ का सिमरन सब ते उच्चा। सासंग दी हुई भुल्लां दी खिमा। जय गुरुदेव धन गुरुदेव जय सतगुरु रविदास जी धन सतगुरु रविदास जी। वाहिगुरू जी का खालसा वाहिगुरू जी की